Hello students, myself Dr. Amit Juneja and I welcome you all in this lecture and on this channel। ਤਾਂ ਆਪਾਂ ਜੋ ਗੱਲ ਕਰ ਰਹੇ ਸੀ ਉਹ ਕਰ ਰਹੇ ਸੀ ਆਪਣੇ ਲਾਸਟ ਲੈਕਚਰ ਦੇ ਵਿੱਚ ਭਾਰਤੀ ਮੌਦਰਿਕ ਪ੍ਰਬੰਧ ਦੀ ਕਿ ਭਾਰਤ ਦੇ ਵਿੱਚ ਮੁਦਰਾ ਕੌਣ ਜਾਰੀ ਕਰਦਾ ਹੈ ਤੇ ਕਿਵੇਂ ਜਾਰੀ ਕਰਦਾ ਹੈ। ਅੱਜ ਆਪਾਂ ਗੱਲ ਕਰਾਂਗੇ ਕਿ ਭਾਰਤ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਜਿਹੜਾ ਹੈ ਉਹ ਮੁਦਰਾ ਕਿੰਨੀ ਮਾਤਰਾ ਦੇ ਵਿੱਚ ਜਿਹੜਾ ਹੈ ਉਹ ਜਾਰੀ ਕਰਦੇ ਨੇ। ਤਾਂ ਭਾਰਤ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਜਿਹੜੇ ਨੇ ਉਹ ਅਸੀਮਿਤ ਮਾਤਰਾ ਦੇ ਵਿੱਚ ਮੁਦਰਾ ਨਹੀਂ ਛਾਪ ਸਕਦੇ। ਆਪਣਾ ਜਿਹੜਾ ਭਾਰਤ ਸਰਕਾਰ ਹੈ ਜਾਂ ਰਿਜ਼ਰਵ ਬੈਂਕ ਹੈ ਉਹ ਕੀ ਕਰਦਾ ਹੈ, ਨੋਟ ਛਾਪਣ ਲੱਗਿਆ ਇੱਕ ਮਿਨੀਮਮ ਰਿਜ਼ਰਵ ਸਿਸਟਮ ਜਿਹੜਾ ਹੈ ਉਹਨੂੰ ਫੋਲੋ ਕਰਦਾ ਹੈ। ਮਿਨੀਮਮ ਦਾ ਮਤਲਬ ਕੀ ਹੋਇਆ, ਨਿਊਨਤਮ, ਰਿਜ਼ਰਵ ਕੀ ਹੋਇਆ, ਨਿਧੀ, ਤੇ ਸਿਸਟਮ मतलब प्रबंध। न्यूनतम निधि प्रबंध ਜਿਹੜਾ ਹੈ ਇਹਨੂੰ ਅਡਾਪਟ ਕੀਤਾ ਜਾਂਦਾ ਹੈ। न्यूनतम निधि प्रबंध ਕੀ ਕਹਿੰਦਾ ਹੈ, ਉਹ ਇਹ ਕਹਿੰਦਾ ਹੈ ਕਿ ਅਗਰ ਰਿਜ਼ਰਵ ਬੈਂਕ ਨੇ ਕੋਈ ਨੋਟ ਜਾਰੀ ਕਰਨੇ ਨੇ ਤਾਂ ਉਹਨੂੰ ਕੀ ਕਰਨਾ ਪਏਗਾ, ਆਪਦੇ ਕੋਲ ਘੱਟ ਤੋਂ ਘੱਟ 200 ਕਰੋੜ ਦੀਆਂ ਨਿਧੀਆਂ ਯਾਨੀ ਕਿ ਰਿਜ਼ਰਵ ਜਿਹੜੇ ਨੇ ਉਹ ਆਪਦੇ ਕੋਲ ਅੰਦਰ ਰੱਖਣੇ ਪੈਣਗੇ। मतलब की है भी 200 करोड़ दे विचों 115 करोड़ दा सोना ते 85 करोड़ दी विदेशी करेंसी ਜਿਹੜੀ ਹੈ ਉਹਨੂੰ ਆਦੇ ਕੋਲ ਜਿਹੜੀ ਹੈ ਉਹ ਅੰਦਰ ਰੱਖਣੀ ਪਏਗੀ। ਯਾਨੀ ਹੁਣ ਸਪੋਜ਼ ਕਰੋ ਵੀ ਆਪਾਂ ਇਹ ਕਿਹਾ ਵੀ ਜਿੰਨੇ ਵੀ ਨੋਟ ਭਾਰਤੀ ਰਿਜ਼ਰਵ ਬੈਂਕ ਨੇ ਛਾਪਣੇ ਨੇ, ਕਿੰਨੇ ਨੋਟ ਛਾਪੇਗਾ, ਘੱਟ ਤੋਂ ਘੱਟ ਉਹਨੂੰ ਆਦੇ ਕੋਲ 200 ਕਰੋੜ। ਦੇਖੋ ਨਿਊਨਤਮ ਦਾ ਮਤਲਬ ਕੀ ਹੁੰਦਾ ਹੈ, ਘੱਟ ਤੋਂ ਘੱਟ, ਕਹਿੰਦਾ ਘੱਟ ਤੋਂ ਘੱਟ ਉਹਨੂੰ ਆਦੇ ਕੋਲ 200 ਕਰੋੜ ਦੀਆਂ ਨਿਧੀਆਂ ਯਾਨੀ ਕਿ ਖਜ਼ਾਨਾ ਆਦੇ ਕੋਲ ਜਿਹੜਾ ਹੈ ਉਹ ਅੰਦਰ ਰੱਖਣਾ ਪਏਗਾ। ਉਹ ਉਸ ਤੋਂ ਉੱਪਰ ਜਿੰਨੇ ਪਏ ਨੇ ਉਹ ਨੋਟ ਛਾਪ ਸਕਦਾ ਹੈ। मतलब ਕੀ ਹੈ ਵੀ 200 ਕਰੋੜ ਦਾ ਆਦੇ ਕੋਲ ਰੱਖਣੇ ਨੇ, ਉਹਦੇ ਨੋਟ ਨਹੀਂ ਛਾਪ ਸਕਦਾ। मतलब ਸਪੋਜ਼ ਕਰੋ ਅਗਰ ਮੈਂ ਕਹਾਂ ਕਿ ਭਾਰਤ ਸਰਕਾਰ ਜਾਂ ਭਾਰਤੀ ਰਿਜ਼ਰਵ ਬੈਂਕ ਕਹਿੰਦੇ ਨੇ ਵੀ ਸਾਡੇ ਕੋਲ ਨਾ ਟੋਟਲ 500 ਕਰੋੜ ਜਿਹੜੇ ਨੇ ਉਹਦੀਆਂ ਨਿਧੀਆਂ ਪਈਆਂ ਨੇ। ਹੁਣ 500 ਕਰੋੜ ਦੇ ਵਿੱਚੋਂ ਆਦੇ ਕੋਲ ਕਿੰਨੇ ਰੱਖਣੇ ਨੇ, 200 ਕਰੋੜ, ਉਹਦੇ ਦਾ ਨੋਟ ਛਾਪ ਨਹੀਂ ਸਕਦਾ। ਸੋਚੋ ਕਿ 200 ਕਰੋੜ ਤੋਂ ਕਿੰਨੇ ਜ਼ਿਆਦਾ ਪਏ ਨੇ, 300 ਕਰੋੜ। यानी अगर भारतीय रिजर्व बैंक चाहे तो ਵੱਧ ਤੋਂ ਵੱਧ ਜਿਹੜੇ ਨੇ ਉਹ 300 ਕਰੋੜ ਦੇ ਨੋਟ ਛਾਪ ਸਕਦਾ ਹੈ। 300 ਕਰੋੜ ਤੋਂ ਉੱਪਰ ਦੇ ਨੋਟ ਜਿਹੜੇ ਨੇ ਉਹ ਨਹੀਂ ਛਾਪ ਸਕਦਾ। ਰਿਪੀਟ ਕਰਨ ਲੱਗਿਆ ਵੀ ਨਿਊਨਤਮ ਨਿਧੀ ਪ੍ਰਬੰਧ ਦਾ ਮਤਲਬ ਕੀ ਹੋਇਆ ਵੀ ਜਦੋਂ ਵੀ ਨੋਟ ਛਾਪਨੇ ਨੇ ਤਾਂ ਆਪਦੇ ਕੋਲ ਅੰਦਰ ਕੀ ਕਰਨਾ ਪਏਗਾ, 200 ਕਰੋੜ ਦੇ ਰਿਜ਼ਰਵ, 200 ਕਰੋੜ ਦੀਆਂ ਨਿਧੀਆਂ ਜਾਂ ਖਜ਼ਾਨਾ ਜਿਹੜਾ ਹੈ ਉਹ ਅੰਦਰ ਆਪਦੇ ਕੋਲ ਜਮਾ ਰੱਖਣਾ ਪਏਗਾ, ਜਿੰਦੇ ਵਿੱਚੋਂ 115 ਕਰੋੜ ਦਾ ਸੋਨਾ ਹੋਣਾ ਚਾਹੀਦਾ ਹੈ ਤੇ 85 ਕਰੋੜ ਦੀ ਵਿਦੇਸ਼ੀ ਕਰੰਸੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਹੁਣ ਇਸ 200 ਕਰੋੜ ਤੋਂ ਜਿੰਨੇ ਜ਼ਿਆਦਾ ਪਏ ਹੋਣਗੇ, ਆਪਾਂ ਕਿਹਾ ਕਿ ਲੋ ਜੀ 500 ਕਰੋੜ ਪਿਆ ਤਾਂ ਕਿੰਨਾ ਜ਼ਿਆਦਾ ਪਿਆ, 300 ਕਰੋੜ, ਯਾਨੀ ਵੱਧ ਤੋਂ ਵੱਧ ਉਹ ਜਿਹੜਾ ਹੈ ਉਹ 300 ਕਰੋੜ ਦੇ ਨੋਟ ਜਿਹੜੇ ਨੇ ਉਹ ਛਾਪ ਸਕਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ 300 ਦੇ 300 ਕਰੋੜ ਦੇ ਨੋਟ ਛਾਪ ਦੇਣਗੇ। ਆਪਾਂ ਆਪਣੇ ਲਾਸਟ ਲੈਕਚਰ 'ਚ ਗੱਲ ਕੀਤੀ ਸੀ ਵੀ ਜੇ ਜ਼ਰੂਰਤ ਤੋਂ ਜ਼ਿਆਦਾ ਨੋਟ ਛਪ ਗਏ ਤਾਂ ਲੋਕਾਂ ਦੇ ਹੱਥ 'ਚ ਪੈਸਾ ਆ ਜਾਂਦਾ ਹੈ, ਲੋਕਾਂ ਨੇ ਮੰਗ ਕਰਨੀ ਸ਼ੁਰੂ ਕਰ ਦੇਣੀ ਹੈ, ਕੀਮਤਾਂ ਜਿਹੜੀਆਂ ਨੇ ਉਹ ਵੱਧ ਜਾਣਗੀਆਂ। ਤਾਂ ਸਰਕਾਰ ਜਦੋਂ ਵੀ ਨੋਟ ਛਾਪਣ ਲੱਗੇਗੀ ਤਾਂ ਇਹ ਦੇਖੇਗੀ ਕਿ ਪਹਿਲਾਂ ਤਾਂ ਸਾਡੇ ਕੋਲ 200 ਕਰੋੜ ਤੋਂ ਜ਼ਿਆਦਾ ਕਿੰਨੇ ਪਏ ਨੇ। ਤਾਂ ਕਹਿੰਦੇ 200 ਕਰੋੜ ਤੋਂ ਜ਼ਿਆਦਾ ਨਾ 300 ਕਰੋੜ ਪਿਆ, ਟੋਟਲ 500 ਹੈ, 200 ਆਦੇ ਕੋਲ ਰੱਖਣਾ ਹੈ, 300 ਫालतू ਪਿਆ ਤਾਂ 300 ਕਰੋੜ ਜਿਹੜਾ ਹੈ ਉਹ ਸਾਡੇ ਕੋਲ ਹੈ। फिर सरकार ये देखेगी भी साडी अर्थव्यवस्था दे विच खानू किन्ने को पैसे दी लोड़ है, यानी इन्ना को पैसा भेजा जावे जिंदे नाल कीमतां बहुत ज्यादा ना वध जाण। सरकार कहती है अगर 300 करोड़ दे नोट छाप के बाजार च भेजते तो लोगों को बहुत पैसा आ जाएगा, लोग बहुत मांग करनी शुरू कर देंगे, कीमतां बहुत ज्यादा वध जाएंगी। सरकार कहती फिर रहन दो, 300 करोड़ दे नहीं छाप दे, किन्ने दे छापांगे, 100 करोड़ दे छापांगे बस, क्योंकि इस तो ज्यादा अगर छाप ਤਾਂ ਮੁਦਰਾ ਦੀ ਪੂਰਤੀ ਜਿਹੜੀ ਹੈ ਉਹ ਵੱਧ ਜਾਣੀ ਹੈ। ਹੁਣ ਇਹਨੂੰ ਆਪਾਂ ਨਿਊਨਤਮ ਨਿਧੀ ਪ੍ਰਬੰਧ ਦਾ ਨਾਮ ਜਿਹੜਾ ਹੈ ਉਹ ਦਿੰਨੇ ਆ। ਹੁਣ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਕਿਸੇ ਟਾਈਮ ਤੇ ਕੀ ਹੁੰਦਾ ਸੀ, ਜਿਹੜੀ ਇੰਡੀਆ ਵਿੱਚ ਜਾਂ ਕਿਸੇ ਵਿਦੇਸ਼ ਜਿਹੜੀ ਮੁਦਰਾ ਹੁੰਦੀ ਸੀ ਨਾ ਉਹਨੂੰ ਆਪਾਂ ਕਹਿੰਦੇ ਸੀ ਪੂਰਨ परिवर्तनशील मुद्रा। ठीक है, पूर्ण परिवर्तनशील मुद्रा जी आजकल चलती है वो केड़ी है, वो है अपूर्ण परिवर्तनशील
ਮੁਦਰਾ। ਹੁਣ ਇਹਨਾਂ ਦੋਨਾਂ ਦੇ ਵਿੱਚ ਨਾ ਫਰਕ ਜਿਹੜਾ ਹੈ ਉਹ ਆਪਾਂ ਨੂੰ ਸਮਝਣਾ ਪਏਗਾ ਕਿ ਪੂਰਨ ਪਰਿਵਰਤਨਸ਼ੀਲ ਮੁਦਰਾ ਤੇ ਅਪੂਰਨ ਪਰਿਵਰਤਨਸ਼ੀਲ ਮੁਦਰਾ ਦਾ ਮਤਲਬ ਕੀ ਹੈ। ਦੇਖੋ ਕਿਸੇ ਜ਼ਮਾਨੇ 'ਚ ਕੀ ਹੁੰਦਾ ਸੀ, ਆਪਾਂ ਇੱਕ ਟੌਪਿਕ ਨਾ ਜਦੋਂ ਵਿਦੇਸ਼ੀ ਵਟਾਂਦਰਾ ਦਰ ਵਾਲਾ ਚੈਪਟਰ ਕਰਾਂਗੇ ਉਹਦੇ 'ਚ ਡਿਟੇਲ ਦੇ ਵਿੱਚ ਵੀ ਆਏਗਾ ਵੀ ਕਿਸੇ ਜ਼ਮਾਨੇ 'ਚ ਕੀ ਹੁੰਦਾ ਸੀ ਵੀ ਜਦੋਂ ਉਸੇ ਵੀ ਦੇਸ਼ ਦੀ ਸਰਕਾਰ ਨੇ ਜਾਂ ਕੇਂਦਰੀ ਬੈਂਕ ਨੇ ਨਵੇਂ ਨੋਟ ਛਾਪਣੇ ਹੁੰਦੇ ਸੀ ਨਾ, ਤਾਂ ਜਿੰਨੇ ਦੇ ਨਵੇਂ ਨੋਟ ਛਾਪਣੇ ਹੁੰਦੇ ਸੀ ਉਹਨੇ ਦਾ ਸੋਨਾ ਆਦੇ ਕੋਲ ਅੰਦਰ ਰਿਜ਼ਰਵ ਦੇ ਵਿੱਚ ਜਿਹੜਾ ਹੈ ਉਹ ਰੱਖਣਾ ਪੈਂਦਾ ਸੀ। ਮਤਲਬ ਅਗਰ ਤੁਸੀਂ 500 ਕਰੋੜ ਦੇ ਨਵੇਂ ਨੋਟ ਛਾਪਨੇ ਨੇ ਤਾਂ 500 ਕਰੋੜ ਦਾ ਸੋਨਾ ਤੁਹਾਨੂੰ ਕੀ ਕਰਨਾ ਪਏਗਾ, ਅੰਦਰ ਰੱਖਣਾ ਪਏਗਾ। ਜੇ 1000 ਕਰੋੜ ਦੇ ਨੋਟ ਛਾਪਨੇ ਨੇ ਤਾਂ 1000 ਕਰੋੜ ਦਾ ਸੋਨਾ ਆਦੇ ਕੋਲ ਅੰਦਰ ਰੱਖਣਾ ਪਏਗਾ। ਠੀਕ ਹੈ, ਹੁਣ ਉਹਨੂੰ ਪੂਰਨ ਪਰਿਵਰਤਨਸ਼ੀਲ ਮੁਦਰਾ ਕਿਉਂ ਕਹਿੰਦੇ ਸੀ। ਸੋਚੋ ਵੀ ਅਗਰ ਮੈਂ ਉਸ ਜ਼ਮਾਨੇ 'ਚ ਹੁੰਦਾ ਤੇ ਮੇਰੇ ਕੋਲ ਸਪੋਜ਼ ਕਰੋ 500 ਰੁਪਏ ਦਾ ਨੋਟ ਹੁੰਦਾ, ਇਹਦਾ ਮਤਲਬ ਉਹ 500 ਰੁਪਏ ਦਾ ਨੋਟ ਮੇਰੇ ਕੇਂਦਰੀ ਬੈਂਕ ਨੇ ਛਾਪਿਆ ਹੋਏਗਾ। ਜੇ ਉਹ 500 ਰੁਪਏ ਦਾ ਨੋਟ ਛਾਪਿਆ ਹੋਏਗਾ ਤਾਂ ਉਹਦੇ ਬਦਲੇ 500 ਰੁਪਏ ਦਾ ਸੋਨਾ ਆਦੇ ਕੋਲ ਰੱਖਿਆ ਹੋਏਗਾ। ਮੈਂ ਕੀ ਕਰਾਂਗਾ, ਕੇਂਦਰੀ ਬੈਂਕ ਕੋਲ ਜਾਵਾਂਗਾ, ਉਹਨੂੰ ਕਹਾਂਗਾ ਕਿ ਲੋ ਜੀ ਆ ਤੁਸੀਂ 500 ਰੁਪਏ ਦਾ ਨੋਟ ਛਾਪਿਆ, ਇਹਦੇ ਵਾਸਤੇ ਤੁਸੀਂ 500 ਦਾ ਸੋਨਾ ਅੰਦਰ ਰੱਖਿਆ ਹੋਏਗਾ, ਆ ਫੜੋ ਆਦੇ 500 ਰੁਪਏ, ਇਹਦੇ ਬਦਲੇ ਮੈਨੂੰ ਕੀ ਕਰੋ, ਮੇਰਾ 500 ਰੁਪਏ ਦਾ ਸੋਨਾ ਜਿਹੜਾ ਉਹ ਦੇ ਦਿਓ। ਰਿਜ਼ਰਵ ਬੈਂਕ ਕਹੇਗਾ ਕੋਈ ਪ੍ਰੋਬਲਮ ਨਹੀਂ ਹੈ, ਵੀ ਲੋ ਜੀ 500 ਦਾ ਨੋਟ ਛਾਪਿਆ ਸੀ, 500 ਦਾ ਸੋਨਾ ਅੰਦਰ ਰੱਖਿਆ ਸੀ, 500 ਵਾਪਸ ਲੈ ਲੈਣੇ ਆ, ਤੈਨੂੰ 500 ਦਾ ਸੋਨਾ ਦੇ ਦਿੰਦੇ ਆ। यानी ਜਿਹੜੀ ਮੁਦਰਾ ਸੀ ਉਹ ਕੀ ਸੀ, ਪੂਰੇ ਤਰੀਕੇ ਨਾਲ ਕੀ ਸੀ, ਪਰਿਵਰਤਨਸ਼ੀਲ ਸੀ, ਕਿੰਦੇ ਵਿੱਚ, ਸੋਨੇ ਦੇ ਵਿੱਚ। ਪਰ ਅੱਜ ਕੱਲ ਐਵੇਂ ਨਹੀਂ ਹੈਗਾ। ਸਪੋਜ਼ ਕਰੋ ਵੀ ਭਾਰਤ ਸਰਕਾਰ ਦੀ ਜਿਹੜੀ ਆਪਾਂ ਇੱਕ ਐਗਜ਼ਾਮਪਲ ਲਈ ਸੀ, ਸਪੋਜ਼ ਭਾਰਤ ਸਰਕਾਰ ਕਹਿੰਦੀ ਹੈ ਵੀ ਅਸੀਂ ਰੱਖਣੇ ਤਾਂ ਜਿਹੜੇ ਨੇ ਉਹ 200 ਕਰੋੜ ਨੇ, ਪ੍ਰੈਜ਼ੈਂਟ ਸਾਡੇ ਕੋਲ ਜਿਹੜਾ ਹੈ ਉਹ 1 ਲੱਖ ਕਰੋੜ ਰੁਪਇਆ ਜਿਹੜਾ ਹੈ ਉਹ ਪਿਆ। ਤਾਂ 1 ਲੱਖ ਕਰੋੜ ਦੇ ਵਿੱਚੋਂ ਅਗਰ ਆਪਾਂ 200 ਕਰੋੜ ਘਟਾ ਦਈਏ ਤਾਂ ਸਾਡੇ ਕੋਲ 99,800 ਕਰੋੜ ਰੁਪਏ ਜਿਹੜੇ ਨੇ ਉਹ ਫालतू ਪਏ ਨੇ ਜਿੰਦੇ ਅਸੀਂ ਨੋਟ ਛਾਪ ਸਕਦੇ ਹਾਂ। ਉਹ ਕਹਿੰਦੇ ਨੇ ਆਪਾਂ 99,800 ਕਰੋੜ ਦੇ ਵਿੱਚੋਂ ਕੀ ਕਰਨੇ ਆ, 60,000 ਕਰੋੜ ਦੇ ਨਵੇਂ ਨੋਟ ਛਾਪ ਦਿੰਦੇ ਆ। ਹੁਣ ਸੋਚੋ ਵੀ ਸਰਕਾਰ ਨੇ ਨੋਟ ਕਿੰਨੇ ਦੇ ਛਾਪੇ, 60,000 ਕਰੋੜ ਦੇ, ਉਹਦੇ ਪਿੱਛੇ ਸੋਨਾ ਕਿੰਨਾ ਰੱਖਿਆ ਦੇ ਕੋਲ, 115 ਕਰੋੜ ਦਾ, ਤੇ ਨਾਲ 85 ਕਰੋੜ ਦੀ ਵਿਦੇਸ਼ੀ ਕਰੰਸੀ। ਅਗਰ ਅੱਜ ਦੀ ਤਰੀਕ ਦੇ ਵਿੱਚ ਮੇਰੇ ਕੋਲ ਇੱਕ 2000 ਦਾ ਨੋਟ ਹੈ, ਮੈਂ ਜਾਵਾਂ ਕੇਂਦਰੀ ਬੈਂਕ ਕੋਲ, ਉਹਨੂੰ ਕਹਾਂ ਲੋ ਜੀ ਆ ਤੁਸੀਂ 2000 ਦਾ ਨੋਟ ਛਾਪਿਆ, ਆ 2000 ਪਕੜੋ, ਮੈਨੂੰ ਨਾ ਮੇਰਾ 2000 ਦਾ ਸੋਨਾ ਦੇ ਦਿਓ। ਉਹ ਕਹਿਣਗੇ ਭਾਈ ਸਾਹਿਬ 2000 ਦਾ ਨੋਟ ਛਾਪਿਆ ਤਾਂ ਹੈਗਾ, ਪਰ 2000 ਦਾ ਨੋਟ ਛਾਪਣ ਵਾਸਤੇ 2000 ਦਾ ਸੋਨਾ ਨਹੀਂ ਅੰਦਰ ਰੱਖਿਆ, ਅਸਾਂ 60,000 ਕਰੋੜ ਦੇ ਨੋਟ ਛਾਪੇ ਨੇ, ਉਹਦੇ ਪਿੱਛੇ ਟੋਟਲ ਦਾ ਅਸੀਂ 200 ਕਰੋੜ ਰੱਖਿਆ। ਤੇਰੇ ਜਿੰਨੇ ਤੈਨੂੰ ਦਿੱਤੇ ਨੇ ਉਹਨਾਂ ਸੋਨਾ ਥੋੜੀ ਆਦੇ ਕੋਲ ਰੱਖਿਆ, ਅਸੀਂ ਇਹਨੂੰ ਬਦਲ ਕੇ ਦੇ ਸਕਦੇ। ਯਾਨੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਮੁਦਰਾ ਹੈ ਉਹ ਕੀ ਹੈ, ਉਹ ਅਪੂਰਨ ਪਰਿਵਰਤਨਸ਼ੀਲ ਹੈ। ਮਤਲਬ ਅੱਜ ਦੀ ਤਰੀਕ ਦੇ ਵਿੱਚ ਆਪਾਂ ਮੁਦਰਾ ਨੂੰ ਸੋਨੇ ਦੇ ਵਿੱਚ ਜਿਹੜਾ ਹੈ ਉਹ ਨਹੀਂ ਬਦਲ ਸਕਦੇ। ਠੀਕ ਹੋ ਗਿਆ। ਤਾਂ ਭਾਰਤ ਦੇ ਵਿੱਚ ਅਗਰ ਮੁਦਰਾ ਜਾਰੀ ਹੋਏਗੀ ਤਾਂ ਕਿਹੜੇ ਪ੍ਰਬੰਧ ਦੇ ਥਰੂ ਹੋਏਗੀ, ਮਿਨੀਮਮ ਰਿਜ਼ਰਵ ਸਿਸਟਮ ਦੇ ਥਰੂ ਹੋਏਗੀ, ਜਿੱਦੇ ਚ ਕੇਂਦਰੀ ਬੈਂਕ ਕੀ ਕਰੇਗਾ, ਨੋਟ ਛਾਪਣ ਤੋਂ ਪਹਿਲਾਂ 200 ਕਰੋੜ ਦਾ ਪਹਿਲਾਂ ਹੀ ਸਾਈਡ ਤੇ ਰੱਖ ਲੇਗਾ, ਜਿੰਦੇ ਵਿੱਚੋਂ 115 ਕਰੋੜ ਦਾ ਸੋਨਾ ਹੋਣਾ ਚਾਹੀਦਾ ਹੈ ਤੇ 85 ਕਰੋੜ ਦੀ ਵਿਦੇਸ਼ੀ ਕਰੰਸੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਇਹ ਤਾਂ ਉਹਨਾਂ ਨੂੰ ਆਦੇ ਕੋਲ ਰੱਖਣੇ ਹੀ ਪੈਣਗੇ। ਇਸ ਤੋਂ ਫालतू ਜਿੰਨਾ ਪਿਆ ਹੋਏਗਾ ਫਿਰ ਉਹਦੇ ਵਿੱਚੋਂ ਸੋਚਾਂਗੇ ਵੀ ਉਹਦੇ ਚੋਂ ਕਿੰਨੇ ਦੇ ਨੋਟ ਛਾਪਨੇ ਨੇ, ਉਹ ਕਿੰਨੇ ਕੁ ਛਪਣਗੇ। ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਵੀ ਆਪਣੇ ਦੇਸ਼ ਵਿੱਚ ਮੰਦੀ ਚੱਲ ਰਹੀ ਹੈ ਜਾਂ ਤੇਜ਼ੀ ਜਿਹੜੀ ਹੈ ਉਹ ਚੱਲ ਰਹੀ ਹੈ। ਇਹ ਸੀ ਭਾਰਤੀ ਮੌਦਰਿਕ ਪ੍ਰਬੰਧ। ਨੰਬਰ 2, ਹੁਣ ਆਪਾਂ ਇਹਦੇ ਵਿੱਚ ਗੱਲ ਕਰਦੇ ਹਾਂ ਕਿ ਸਪੋਜ਼ ਕਰੋ ਵੀ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਭਾਰਤ ਸਰਕਾਰ ਜਾਂ ਕੇਂਦਰੀ ਬੈਂਕ ਨੇ ਐਨੇ ਕੋਦੇ ਨੋਟ ਛਾਪੇ, ਮਤਲਬ ਹੁਣ ਆਪਾਂ ਉਸ ਮੁਦਰਾ ਦੀ ਜਿਹੜੀ ਪੂਰਤੀ ਹੈ ਉਹਦਾ ਆਪਾਂ ਕੀ ਕਰਨਾ ਹੈ, ਮਾਪ ਕਰਨਾ ਹੈ ਕਿ ਭਾਰਤ ਵਿੱਚ ਕਿੰਨੀ ਮੁਦਰਾ ਦੀ ਪੂਰਤੀ ਹੋਈ। ਮਤਲਬ ਭਾਰਤ ਸਰਕਾਰ ਨੇ ਤੇ ਭਾਰਤੀ ਰਿਜ਼ਰਵ ਬੈਂਕ ਨੇ ਮਿਲ ਕੇ ਕਿੰਨੇ ਰੁਪਏ ਦੇ ਨੋਟ ਜਿਹੜੇ ਨੇ ਉਹ ਜਿਹੜੀ ਆਪਣੀ ਅਰਥ ਵਿਵਸਥਾ ਹੈ ਜਾਂ ਬਾਜ਼ਾਰ ਜਿਹੜਾ ਹੈ ਉਹਦੇ ਵਿੱਚ ਭੇਜੇ। ਕਿਉਂਕਿ ਮੈਂ ਆਪਣੇ ਲਾਸਟ ਲੈਕਚਰ 'ਚ ਗੱਲ ਕਹੀ ਸੀ ਵੀ ਜਿੰਨੇ ਪੈਸੇ ਭਾਰਤ ਸਰਕਾਰ ਤੇ ਕੇਂਦਰੀ ਬੈਂਕ ਜਿਹੜੇ ਨੇ ਉਹ ਆਪਦੇ ਕੋਲ ਰੱਖ ਲੈਂਦੇ ਨੇ, ਬਾਜ਼ਾਰ ਦੇ ਵਿੱਚ ਨਹੀਂ ਭੇਜਦੇ, ਉਹਨੂੰ ਆਪਾਂ ਮੁਦਰਾ ਦੀ ਪੂਰਤੀ ਵਿੱਚ ਸ਼ਾਮਿਲ ਨਹੀਂ ਕਰਦੇ। ਕਿਉਂ? ਕਿਉਂਕਿ ਇਹ ਦੋਨੋਂ ਜਿਹੜੇ ਨੇ ਇਹ ਉਤਪਾਦਕ ਨੇ ਮੁਦਰਾ ਦੇ, ਤਾਂ ਜਿੰਨੀਆਂ ਚੀਜ਼ਾਂ ਉਤਪਾਦਕ ਆਦੇ ਕੋਲ ਰੱਖ ਲੈਂਦੇ ਨੇ, ਬਾਜ਼ਾਰ ਦੇ ਵਿੱਚ ਨਹੀਂ ਭੇਜਦੇ, ਉਹਨੂੰ ਆਪਾਂ ਮੁਦਰਾ ਦੀ ਪੂਰਤੀ ਵਿੱਚ ਸ਼ਾਮਿਲ ਨਹੀਂ ਕਰਦੇ। ਠੀਕ ਹੋ ਗਿਆ। ਹੁਣ ਆਪਾਂ ਮੁਦਰਾ
ਮੁਦਰਾ ਦੀ ਪੂਰਤੀ ਨੂੰ ਮਾਪਣਾ ਵੀ ਆਪਣੇ ਦੇਸ਼ 'ਚ ਮੁਦਰਾ ਦੀ ਪੂਰਤੀ ਜਿਹੜੀ ਹੈ ਉਹ ਕਿੰਨੀ ਹੋਈ ਹੈ। ਤਾਂ ਪਹਿਲੀ ਚੀਜ਼ ਜੋ ਮੈਂ ਆਪਣੇ ਲਾਸਟ ਲੈਕਚਰ 'ਚ ਵੀ ਗੱਲ ਕੀਤੀ ਸੀ ਕਿ ਜਦੋਂ ਵੀ ਮੁਦਰਾ ਦੀ ਪੂਰਤੀ ਦੀ ਗੱਲ ਕਰਨੀ ਹੈ ਉਹਨੂੰ ਹਮੇਸ਼ਾ ਇੱਕ ਸਟਾਕ ਧਾਰਨਾ ਦੇ ਤੌਰ ਤੇ ਲੈ ਕੇ ਚੱਲਣਾ ਹੈ। ਮਤਲਬ ਮੁਦਰਾ ਦੀ ਪੂਰਤੀ ਨੂੰ ਸਮੇਂ ਦੇ ਇੱਕ ਬਿੰਦੂ ਤੇ ਮਾਪਣਾ ਹੈ, ਸਮੇਂ ਦੀ ਇੱਕ ਅਵਧੀ ਤੇ ਨਹੀਂ ਮਾਪਣਾ। ਹੁਣ ਕਿਵੇਂ ਮਾਪਣਾ ਹੈ ਦੇਖੋ, ਉਹਦੇ ਬਾਰੇ ਨਾ ਟਾਈਮ ਟੂ ਟਾਈਮ ਅਲੱਗ-ਅਲੱਗ ਜਿਹੜੇ ਨੇ ਉਹ ਵਿਚਾਰ ਦਿੱਤੇ ਗਏ। ਅੱਜ ਤੱਕ ਮੁਦਰਾ ਦੀ ਪੂਰਤੀ ਨੂੰ ਮਾਪਣ ਵਾਸਤੇ 4 ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਦਿੱਤੇ ਗਏ ਨੇ। ਤਾਂ 4 ਤਰ੍ਹਾਂ ਦੇ ਵਿਚਾਰਾਂ ਦੀ ਗੱਲ ਜਿਹੜੀ ਹੈ ਉਹ ਆਪਾਂ ਕਰਨ ਜਾ ਰਹੇ ਹਾਂ। ਜਿਹੜੇ ਪਹਿਲੇ ਵਿਚਾਰ ਨੇ ਉਹਨਾਂ ਆਪਾਂ ਕਹਿੰਦੇ ਆ M1, M ਯਾਨੀ ਕਿ ਮਨੀ। 1 ਮਤਲਬ ਪਹਿਲਾ ਵਿਚਾਰ। ਇਹ ਕਹਿੰਦੇ ਨੇ ਕਿ ਜਿਹੜੀ ਵੀ ਮੁਦਰਾ ਦੀ ਪੂਰਤੀ ਤੁਸੀਂ ਮਾਪਣੀ ਹੈ ਨਾ ਉਹਦੇ ਚ ਕਿਹੜੀਆਂ ਚੀਜ਼ਾਂ ਤੁਸੀਂ ਸ਼ਾਮਿਲ ਕਰਨੀਆਂ ਨੇ, ਉਹ ਨੇ C, DD ਤੇ OD। ਬਸ ਅਗਰ ਤੁਸੀਂ ਆਦੇ ਦੇਸ਼ ਵਿੱਚ ਮੁਦਰਾ ਦੀ ਪੂਰਤੀ ਨੂੰ ਮਾਪਣਾ ਚਾਹੁੰਦੇ ਹੋ ਤਾਂ 3 ਚੀਜ਼ਾਂ ਨੂੰ ਜੋੜ ਦਿਓ। ਜਿੰਨਾ ਇਹ 3 ਚੀਜ਼ਾਂ ਦਾ ਆਨਸਰ ਆਏਗਾ ਉਹ ਤੁਹਾਡੇ ਦੇਸ਼ ਵਿੱਚ ਉਸ ਸਮੇਂ ਦੇ ਬਿੰਦੂ ਤੇ ਮੌਜੂਦ ਮੁਦਰਾ ਦੀ ਪੂਰਤੀ ਜਿਹੜੀ ਹੈ ਉਹ ਹੋਏਗੀ। ਹੁਣ ਆਪਾਂ ਇਹਨਾਂ ਤਿੰਨਾਂ ਦਾ ਮੀਨਿੰਗ ਕਲੀਅਰ ਕਰ ਲੈਂਦੇ ਆ। ਉਹ ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਤੁਹਾਡੀ ਅਰਥ ਵਿਵਸਥਾ ਦੇ ਵਿੱਚ C ਯਾਨੀ ਕਿ ਕਰੰਸੀ, ਠੀਕ ਹੈ। C ਤੋਂ ਕੀ ਹੁੰਦਾ ਹੈ? ਕਰੰਸੀ। ਕਰੰਸੀ ਵਿੱਚ ਕੀ ਲੈਣਾ ਹੈ? ਲੋਕਾਂ ਕੋਲ ਕਰੰਸੀ। यानी सब तो पहला ये देखो भी ਤੁਹਾਡੀ ਅਰਥ ਵਿਵਸਥਾ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਲੋਕਾਂ ਦੇ ਕੋਲ ਕਿੰਨੀ ਕਰੰਸੀ ਹੈ। ਕਰੰਸੀ ਚ ਕੀ ਲਵਾਂਗੇ? ਫਿਰ ਰਿਪੀਟ ਕਰ ਰਹੇ ਹਾਂ, ਕਰੰਸੀ ਦੇ ਵਿੱਚ ਆਪਾਂ ਸਿੱਕੇ ਵੀ ਲਵਾਂਗੇ ਤੇ ਨਾਲ ਦੇ ਨਾਲ ਕਾਗਜ਼ੀ ਨੋਟ ਵੀ ਲਵਾਂਗੇ। ਹੁਣ ਸੋਚੋ ਅਗਰ ਮੈਂ ਕਹਿੰਦਾ ਕਿ ਮੇਰੀ ਪਾਕਟ ਦੇ ਵਿੱਚ ਇਸ ਟਾਈਮ 10000 ਰੁਪਏ ਨੇ, ਇਹਦਾ ਮਤਲਬ ਉਹ 10000 ਕਿੱਥੋਂ ਆਏ? ਅਗਰ ਰਿਜ਼ਰਵ ਬੈਂਕ ਨੇ ਤੇ ਭਾਰਤ ਸਰਕਾਰ ਨੇ ਉਹ ਛਾਪ ਕੇ ਮੇਰੇ ਤੱਕ ਪਹੁੰਚਾਏ ਨੇ ਤਾਂ ਹੀ ਤਾਂ ਮੇਰੀ जेब में आए, ताई तो मुद्रा की पूर्ति हुई है, ताई तो मेरी पॉकेट चो पैसे आए हैं। सब तो पहला तो ये देखो कि लोगों के कोल कितनी करेंसी जड़ी है वो मौजूद है। नंबर 2 DD होता है डिमांड डिपॉजिट्स। देखो नाम तो गल क्लियर करने, हाँ डिमांड होता है मंग, डिपॉजिट कराना, बैंकों च पैसे डिपॉजिट कराना मतलब की करना? जमा। मंग जमा किंदे कोल? बैंकों दे कोल। मतलब बैंकों दे कोल लोकां दे किन्ने पैसे जमा ने जेड़े कि उन्हां दी मंग ते उन्हां वास्ते मौजूद ने। मतलब ये भी पैसे लोकां कोल ही हैगे ने। जिवें मैं एग्जांपल दित्ती सी अपने लास्ट लेक्चर दे विच कि अगर मेरा बैंक दे विच सेविंग अकाउंट है या करंट अकाउंट है, अगर मैनू एटीएम मिला होया है तो मैं जदों जाके एटीएम चों पैसे निकलवा लवां। हुण अगर मेरी पॉकेट दे विच मेरा एटीएम कार्ड है, इहदा मतलब की है भी वो एक तरह मेरी जेब विच पैसे ही ने, मैं जिवें मर्जी उहनूं यूज कर सकदा। तां जिहड़े लोकां दे बैंकां दे कोल मंग जमा, सिर्फ मंग जमा यानी ऐसे पैसे जिहड़े लोकां दे मंगण ते लोकां कोल मौजूद ने उहनूं आपां दे विच काउंट करांगे। बेसिकली किहड़े खाते आणगे? एक चालू खाता आएगा ते एक बचत खाता जिहड़ा है ओह इहदे विचों लैंदे सी। तीसरा है ओडी मतलब अदर डिपॉजिट्स। अदर डिपॉजिट्स मतलब की होया? अदर की होया? होर। डिपॉजिट की होया? जमा। होर जमा किंदे कोल? केंद्रीय बैंक दे कोल। पर आपां हुणे थोड़ी देर पहला गल कीती सी कि जेडे केंद्रीय बैंक कोल पैसे पए हुंदे ने उहनूं तां आपां मुद्रा दी पूर्ति विच लैंदे ही नहीं। क्यों? क्योंकि वो तां देश विच मुद्रा नूं जारी करन वाला है, वो तां देश विच मुद्रा दा उत्पादक है ते जेडे पैसे उत्पादकां कोल पए ने उहनूं तां आपां मुद्रा पूर्ति विच लैणा ही नहीं। एक चीज इहदे विच आएगी कि वो कहंदा है केंद्रीय बैंक कोल जेडे सारे पैसे पए ने उहनूं मुद्रा पूर्ति विच नहीं लेना। जेडे उहदे कोल 3 तरह दे पैसे पए होणगे, सिर्फ वो 3 तरह दे पैसिਆਂ ਨੂੰ ही ਆਪਾਂ मुद्रा दी पूर्ति विच लवांगे। पहला जेडे ने वो होणगे देश दे बैंकां दे मंग जमा। मतलब कई बार की ਹੁੰਦਾ ਹੈ ਵੀ ਆਪਣੇ ਨਾ ਦੇਸ਼ ਦੇ ਅਗਰ ਆਪਾਂ ਇੰਡੀਆ ਦੀ ਐਗਜ਼ਾਮਪਲ ਲਈਏ, ਰਿਜ਼ਰਵ ਬੈਂਕ ਕਹਿੰਦਾ ਹੈ ਵੀ ਤੁਸੀਂ ਨਾ ਮੇਰੇ ਕੋਲ ਨਕਦ ਨਿਧੀ ਅਨੁਪਾਤ ਰੱਖਣਾ ਹੈ। ਹੁਣ ਨਕਦ ਨਿਧੀ ਅਨੁਪਾਤ ਕੀ ਹੁੰਦਾ ਹੈ? ਇਹ ਆਪਾਂ ਆਲਰੇਡੀ ਮੌਦਰਿਕ ਨੀਤੀ ਚ ਡਿਸਕਸ ਕਰ ਚੁੱਕੇ ਹਾਂ ਵੀ ਜਿੰਨੇ ਪੈਸੇ ਬੈਂਕ ਦੇ ਕੋਲ ਰੋਜ਼ਾਨਾ ਆਉਂਦੇ ਨੇ ਉਹਨੂੰ
ਉਹਦਾ ਕੁਝ प्रतिशत ਹਿੱਸਾ ਜਿਹੜਾ ਹੈ ਉਹ ਰਿਜ਼ਰਵ ਬੈਂਕ ਨੂੰ ਦੇਣਾ ਪੈਂਦਾ ਹੈ। ਇਸ ਟਾਈਮ ਤੇ ਉਹ ਜਿਹੜੀ ਸੀਆਰਆਰ ਜਿਹਨੂੰ ਆਪਾਂ ਕੈਸ਼ ਰਿਜ਼ਰਵ ਰੇਸ਼ੋ ਕਹਿੰਦੇ ਆ ਉਹ 3% ਹੈ। ਮਤਲਬ ਜਿੰਨੇ ਪੈਸੇ ਬੈਂਕ ਕੋਲ ਆਣਗੇ ਉਹ ਕੀ ਹੋਏਗਾ, ਉਹਦਾ 3% ਜਿਹੜਾ ਹੈ ਉਹ ਰਿਜ਼ਰਵ ਬੈਂਕ ਨੂੰ ਦੇ ਦੇਗਾ। ਠੀਕ ਹੈ, ਕੁਝ ਪੈਸੇ ਉਹਨੂੰ ਆਪਦੇ ਕੋਲ ਰੱਖਣੇ ਹੁੰਦੇ ਨੇ ਜਿਹਨੂੰ ਆਪਾਂ ਤਰਲਤਾ ਅਨੁਪਾਤ ਕਹਿੰਦੇ ਆ, ਉਹ ਇਸ ਟਾਈਮ 18% ਚੱਲ ਰਿਹਾ ਹੈ। ਸਪੋਜ਼ ਕਰੋ बैंक को कोई बंदा लोन लैन नहीं आया, रिपीट करते हैं, एग्जांपल लेने आ। सपोज करो बैंक ने सोचो लोगों ने पैसे नु आधे को जमा कर लिया, मैं जाके बैंक के पैसे जमा कराया। हुन जो पैसे मेरे बैंक दे विच जमा ने, बैंक ने उस पैसे ते मेनू ब्याज देनी है, पर बैंक वो पैसे नु आधे को थोड़ी रखेगा, उन्हें की करना है, उन्हें उस पैसे नु अगे किसी नु लोन फड़ा देना है। ठीक है, वो लोन फड़ाता उतो ब्याज कमाएगा ते मेनू ब्याज दे देगा। मैं पैसे जमा कराया मतलब मैं कहूंगा कि लो जी आज की तारीख तो आपां नूं ब्याज मिलनी चालू। पर सपोज करो बैंक कोलों कोई कर्जा लेने ना आवे, हुण बैंक को तो पैसे एवें पए ने, बैंक की सोचेगा, वो सोचेगा कि मैं इस पैसे ते तां ब्याज देनी है, जे अग्गों मिलेगी नहीं तो देवांगा कित्थों। वो की करेगा, वो पैसे कुछ टाइम वास्ते मतलब जिन्नी देर तक बैंक तो कोई लोन लैन वास्ते नहीं आ जाता वो रिजर्व बैंक नूं दे देगा। मतलब हुण पैसा वो रिजर्व बैंक तो ले नहीं रहा बल्कि रिजर्व बैंक नूं दे रहा है, उन्होंने आपां कहते हैं रिवर्स रेपो रेट। रिवर्स रेपो रेट की चीज हुंदी है जिस दर ते एक बैंक केंद्रीय बैंक नूं कर्जा दिंदा है। ठीक है, तां वो बैंक ने की कीता, वो कहंदे देखो जी साडे कोल अज कोई लोन लैन नहीं आया, साडे कोल पैसे जिहड़े ने वो फालतू ने, तां असीं आदे पैसे थोड़े दिन वास्ते तुहानूं देण लगे आ, जदों सानूं लोड़ होएगी असीं लै लांगे। यानी एक बैंक दे पैसे किंदे कोल जमा ने, केंद्रीय बैंक कोल, पर ऐ जे नहीं जिहड़ी वो लै नहीं सकदा, जिवें नगद निधि अनुपात है वो तो ले ही नहीं सकदा, पर ये पैसे तो उन्हें फालतू सी जिहड़े उन्होंने दिते हुए ने, जदों लोड़ पेगी ले लेगा, उस पैसे नूं आपां की करांगे मुद्रा दी पूर्ति विच शामिल करांगे। नंबर 2 जिहड़े विदेशी बैंक ने, ठीक है, विदेशी बैंकां अते विदेशी सरकारां दे मंग जमा, यानी जिहड़े विदेशी बैंक ने या जिहड़े विदेशी सरकारां ने उन्हें अगर अपने देश के केंद्रीय बैंक कोलों कोई मंग जमा रखे हुए ने, मंग जमा का मीनिंग क्लियर कर लो, जदों मंगोगे उदों मिल जाएंगे, उन्होंने भी आपां मुद्रा पूर्ति विच शामिल करांगे। फिर कई ना अंतरराष्ट्रीय संस्थावां हुंदियां, अंतरराष्ट्रीय संस्थावां च की होएगा, आपां इंटरनेशनल मॉनेटरी फंड की गल कर सकते हैं, आपां वर्ल्ड बैंक की गल कर सकते हैं, तां अगर विश्व बैंक या विश्व मौद्रिक संगठन उन्होंने दे अगर कोई मुआवजे ने दे मंग जमा अगर पए ने केंद्रीय बैंक दे कोल तो उन्होंने भी आपां मुद्रा दी पूर्ति विच शामिल करांगे। मतलब जिहड़े M1 वाले ने वो की कहंदे ने, वो ये कहंदे ने कि मुद्रा दी पूर्ति विच किस चीज नूं शामिल करोगे। सब तो पहला ये देखो भी लोकां दे कोल कितनी करेंसी पई है, नंबर 2 लोकां दे बैंकां कोल कितने पैसे पए ने, पर सिर्फ वो पैसे जिहड़े की ने मंग जमा ने, जदों लोकी मंगणगे बैंक अपने आप को पैसे जिहड़े ने उन्हां नूं उसे टाइम ते दे देगा, उन्होंने ले लो। फिर रिजर्व बैंक ऑफ इंडिया कोल जिन्ने भी अदर डिपॉजिट यानी कि होर जमा पए ने उन्होंने भी मुद्रा दी पूर्ति विच ले लो। मतलब होर जमा च की आएगा जिहड़े बैंकां दे पैसे मंग जमा पए ने, नंबर 2 विदेशी बैंकां विदेशी सरकारां दे जिहड़े मंग जमा पए ने, ते विदेशी अंतरराष्ट्रीय संस्थावां दे जिहड़े मंग जमा पए ने। सिर्फ इन्हां तीन चीज़ां नूं जोड़ दिओ, जे इन्हां तीन चीज़ां नूं जोड़ दिओगे तां तुहानूं आपदे देश विच मुद्रा पूर्ति कितनी है उनका पता जिहड़ा है वो लग जाएगा। मुद्रा पूर्ति किवें पता लगेगी, सिर्फ इन्हां तीनां नूं जोड़ के पता लगेगी, इस अलावा नहीं पता लगेगा। अगर आपां एग्जांपल ले लईए, आपां कि लोकां कोल ना जिहड़ा टोटल अपने देश विच 1000 करोड़ जिहड़ा है वो लोकां कोल पिया, बैंकां दे कोल जिहड़े लोकां दे मंग जमा पए ने जिन्हों जदों मर्जी बढ़ा सकदे ने, मान लो वो पए ने 500 करोड़, ठीक है, जिहड़े रिजर्व बैंक कोल इन्हां तीनां नूं जोड़ के जिहड़े होर जमा पए ने वो पए ने मान लो 200 करोड़, तां मैं कहांगा कि मुद्रा दी पूर्ति कितनी है इंडिया दे विच 1700 करोड़ दी मुद्रा दी पूर्ति इंडिया दे विच हैगी। बस वो कहंदे तीन चीज़ां जोड़ो तुहानूं मुद्रा दी पूर्ति जिहड़ी है उनका पता लग जाएगा।
ठीक हो गया। इस तो बाद की होया कुछ अर्थशास्त्री हो रहे हैं उन्होंने अपने विचार दिते जिन्हों आप कहने हैं M2 टू M मतलब मनी 2 मतलब दूजी विचारधारा वो कहते हैं M2 वाले वो कहते पहली गल तो ये कि असि M1 वाले नाल पूरे तरीके नाल सहमत हां मतलब जो M1 वाले ने किया वो तो बिल्कुल ठीक है मतलब मुद्रा की पूर्ति विच करेंसी आनी चाहिए है मंग जमा आने चाहिए ने बैंकां दे कोल ते रिजर्व बैंक कोल होर जमा आने चाहिए ने मतलब ये वो मान के चलते ने भी आ 1700 करोड़ दा सही है पर वो कहते ने भी जेडे लोग आदे पैसे जमा करांदे ने बैंकां दे कोल मंग जमा दे रूप विच मतलब भी लोग जेडे ने आपा बैंक दे विच खाता खुलवाने चालू खाता खुलवाया या आपा जेड़ा बचत खाता खुलवाया आपा दे पैसे जमा कराए जेडे चालू खाते ते बचत खाते में जेडे पैसे पए ने वो किने को अपनी मंग जमा ने मतलब जदों मर्जी चेक कटिए या जदों मर्जी आप एटीएम ड्रॉ करिए पैसे निकलवा सकते हैं बिल्कुल ठीक है जी कहने असि गल मनन नु तैयार बिल्कुल सही पर M2 वाले कहंदे कि लोकी जेड़ा बचत खाता खुलवांदे ने वो खाली जेड़ा बैंक विच नहीं खुलवांदे वो तो पोस्ट ऑफिस भी खुलवांदे ने अगर मैं अपनी गल करा तो मेरा आपदा खाता जेड़ा वो फाजिलका दे डाकखाने च है जेड़ा सेविंग अकाउंट है वो कहंदे वो भी ता लोकां दे जेड़े ने मंग जमाई ने बैंकां च नहीं पई तक की हो गया डाकखाने च पे ने जदों मर्जी कढ़ा सकदे ने डाकखाने जाओ ਤੁਹਾਡਾ खाता है पैसे कढ़ा लो कहंदा ਉਹਨੂੰ भी लो विच यानी ये कहंदे ने कि ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਜਿਹੜੇ ਵੀ ਇੱਥੇ ਕੀ ਕਰਨਾ ਚਾਹੀਦਾ ਹੈ पोस्ट ऑफिस सेविंग डिपॉजिट मतलब जेड़ा डाक खानियां दे विच ਤੁਹਾਡਾ बचत खाता खुलिया होया है सिर्फ वो बचत खाते दे पैसे भी जेड़े ने वो विच ले लो क्योंकि लोकां दा जेड़ा खाता हुंदा है वो सिर्फ ते सिर्फ बैंकां च नहीं हुंदा वो डाक खानियां च भी हुंदा है वो डाक खानियां च भी मंग जमा करांदे ने तां ओनू भी विच लेना पेगा कहंदे यार गल तां सही है आपां की करदे हो कहंदे ऐ करो आ 1700 करोड़ दा ਤੁਹਾਡਾ सी मान लिया M1 वाला आ तां सही सी ਇਹ ਦੇਖਿਆ ਗਿਆ ਵੀ ਲੋਕਾਂ ਨੇ ਜਿਹੜੇ ਡਾਕ ਖਾਨੇ ਵਿੱਚ ਪੈਸੇ ਜਮ੍ਹਾਂ ਕਰਾਏ ਇਹਨੇ ਖਾਤੇ 'ਚ ਸੇਵਿੰਗ ਅਕਾਊਂਟ ਦੇ ਵਿੱਚ ਬੱਚਤ ਖਾਤੇ ਦੇ ਵਿੱਚ ਉਹ ਕਿੰਨੇ ਸੀ ਉਹ 100 ਕਰੋੜ ਸੀ ਤਾਂ M2 ਵਾਲੇ ਕਹਿੰਦੇ ਵੀ ਸਾਡੇ ਮੁਤਾਬਿਕ ਜਿਹੜੀ ਮੁਦਰਾ ਦੀ ਪੂਰਤੀ ਹੈ ਉਹ ਕਿੰਨੀ ਹੋਈ ਹੈ 1800 ਕਰੋੜ मतलब 1700 ਕਰੋੜ ਤੁਹਾਡੇ CDD ਤੇ OD ਦੇ ਨਾਲ ਜਿਹੜੇ ਪੋਸਟ ਆਫਿਸ ਦੇ ਵਿੱਚ ਡਾਕ ਖਾਨਿਆਂ ਦੇ ਵਿੱਚ ਜਿਹੜੇ ਬਚਤ ਖਾਤਿਆਂ 'ਚ ਲੋਕਾਂ ਦੇ ਪੈਸੇ ਪਏ ਨੇ ਜਿੰਨੂੰ ਉਹ ਜਦੋਂ ਮਰਜ਼ੀ ਕਢਵਾ ਸਕਦੇ ਨੇ ਉਹਨੂੰ ਅਸੀਂ ਵਿੱਚ ਲੈ ਲੈਂਦੇ ਆ ਤਾਂ ਆਪਾਂ ਕਹਾਂਗੇ ਜੀ ਕਿ ਮੁਦਰਾ ਪੂਰਤੀ 1800 ਕਰੋੜ ਦੀ ਹੋਗੀ ਇਸ ਤੋਂ ਬਾਅਦ ਕੀ ਹੋਇਆ ਨੰਬਰ 3 ਆਏ ਉਹਨੂੰ ਆਪਾਂ ਕਹਾਂਗੇ M3 ठीक है M मतलब मनी 3 मींस तीजी विचारधारा वो कहते हैं कि नहीं 2 वाले गलत ने वो कहते हैं M1 वाले का सही सी ये बिल्कुल सही मतलब अगर मुद्रा पूर्ति मापनी है तो CDD ते OD ये तो पक्के ये बिल्कुल ठीक पर आ जो डाक खाने वाला काम है ना ये गलत है तो कहते हैं कि डाक खाने जेडे ने वो कोई वित्तीय संस्थान नहीं हैगे ठीक है मतलब डाक खाने दे विच सिर्फ उन्हां दा काम ये नहींगा पैसे लेना पैसे देना डाक खाने तो चिट्ठियां पत्रियां दे काम करदे ने रजिस्ट्री करा लो या पार्सल करा लो या होर किसी ਨੂੰ चिट्ठी पा दो ये जेडी खाते वाला काम है ना ये उन्हां दा एडा भी नहीं हैगा मतलब कोई बहुत बड़े वित्तीय संस्थान नहीं हैगे जिवें कि बैंक ने वो कहंदे बैंक दा ते डाक खाने दा आपस ਵਿੱਚ कोई मुकाबला नहीं हैगा मतलब जेडे डाक खाने दे पैसे ਤੁਸੀਂ जोड़े है ना ये नहीं जुड़नगे ਐਦੀ ਥਾਂ ਤੇ ਕੀ ਕਰੋ ਤੁਸੀਂ ਕੀ ਕਰੋ ਜਿਹੜੇ ਬੈਂਕਾਂ ਦੇ ਕੋਲ ਜਿਹੜੇ ਟਾਈਮ ਡਿਪੋਜ਼ਿਟਸ ਪਏ ਨੇ ਟਾਈਮ ਡਿਪੋਜ਼ਿਟਸ ਵਿਦ ਬੈਂਕ ਉਹਨੂੰ ਸ਼ਾਮਿਲ ਕਰੋ मतलब M3 ਵਾਲੇ ਕੀ ਕਹਿੰਦੇ ਨੇ ਉਹ ਕਹਿੰਦੇ M1 ਵਾਲੇ ਸਹੀ ਸੀ ਪਰ ਜਿਹੜਾ ਆ ਪੋਸਟ ਆਫਿਸ ਜੋੜਿਆ ਨਾ ਇਹ ਗਲਤ ਹੈ ਐਦੀ ਥਾਂ ਤੇ ਕੀ ਕਰੋ ਬੈਂਕਾਂ ਕੋਲ ਜਿਹੜੇ ਟਾਈਮ ਡਿਪੋਜ਼ਿਟ ਪਏ ਨੇ ਉਹ ਲਓ ਹੁਣ ਕੁਐਸਚਨ ਉੱਠਿਆ ਵੀ ਇਹ ਟਾਈਮ ਡਿਪੋਜ਼ਿਟ ਕੀ ਹੁੰਦੇ ਨੇ टाइम डिपॉजिट ਨੂੰ ਆਪਾਂ ਕਹਿੰਦੇ ਆ ਸਾਵਧੀ ਜਮਾ ਐਗਜ਼ਾਮਪਲ ਲੈਂਦੇ ਆ ਦੇਖੋ ਬੈਂਕ ਦੇ ਵਿੱਚ ਨਾ ਆਪਾਂ ਜਦੋਂ ਵੀ ਕੋਈ ਵੀ ਖਾਤਾ ਖੁਲਵਾਉਣਾ ਹੁੰਦਾ ਹੈ ਆਪਾਂ ਪੰਜ ਤਰੀਕੇ ਨਾਲ ਬੈਂਕ ਦੇ ਖਾਤਾ ਖੁਲਵਾ ਸਕਦੇ ਆ ਆਪਾਂ ਡਿਟੇਲਸ ਗੱਲ ਕਰਾਂਗੇ ਇੱਕ ਹੁੰਦਾ ਹੈ ਚਾਲੂ ਖਾਤਾ ਐਜਾ ਖਾਤਾ ਹੁੰਦਾ ਹੈ ਜੋ ਆਮ ਤੌਰ ਤੇ ਦੁਕਾਨਦਾਰ ਖੁਲਵਾਉਂਦੇ ਨੇ ਜਿਨ੍ਹਾਂ ਨੇ ਬਹੁਤ ਸਾਰੇ ਲੈਣ ਦੇਣ ਕਰਨੇ ਹੁੰਦੇ ਨੇ ਠੀਕ ਹੈ ਬਹੁਤ ਸਾਰੇ ਦਿਨ ਚ ਪਤਾ ਨਹੀਂ ਕਿੰਨੀ ਵਾਰੀ ਲੈਣ ਦੇਣ ਪੈਸੇ ਜਮਾ ਕਰਾਣੇ ਆ ਪੈਸੇ ਲੈਣੇ ਆ ਉਹ ਚਾਲੂ ਖਾਤਾ ਉਹਨਾਂ ਦਾ ਹੁੰਦਾ ਹੈ एक ਹੁੰਦਾ है सेविंग अकाउंट ठीक है यानी कि बचत खाता
ਜੋ ਤੁਹਾਡਾ ਵੀ ਜਿਹੜਾ ਖੁਲਾਇਆ ਹੋਏਗਾ, ਜਦੋਂ ਤੁਹਾਡੇ ਵਜੀਫੇ ਦੇ ਪੈਸੇ ਆਉਂਦੇ ਹੋਣਗੇ, ਤੁਹਾਡਾ ਸੇਵਿੰਗ ਅਕਾਊਂਟ ਹੋਏਗਾ, ਆਦੀ ਪਾਸਬੁੱਕ ਜਾ ਕੇ ਚੈੱਕ ਕਰ ਸਕਦੇ ਹੋ, ਉੱਪਰ ਲਿਖਿਆ ਹੋਏਗਾ ਬੱਚਤ ਖਾਤਾ। ਇਹ ਜਿਹਾ ਖਾਤਾ ਹੁੰਦਾ ਹੈ ਜਿੰਨੇ ਪੈਸੇ ਜਮ੍ਹਾਂ ਕਰਾ ਸਕਦੇ ਹੋ ਤੇ ਜਦੋਂ ਚਾਹੇ ਨਿਕਲਵਾ ਵੀ ਸਕਦੇ ਹੋ। ਕਰੰਟ ਅਕਾਊਂਟ ਵੀ ਸੇਮ ਚੀਜ਼ ਹੁੰਦੀ ਹੈ। ਸੇਵਿੰਗ ਅਕਾਊਂਟ ਤੇ ਕਰੰਟ ਅਕਾਊਂਟ ਕੀ ਫਰਕ ਹੈ, ਇਹ ਥੋੜਾ ਡੀਪਲੀ ਜਾਣਨ ਵਾਲਾ ਕੰਮ ਹੈ, ਇਹ ਆਪਾਂ ਆਪਣੇ ਬੈਂਕਾਂ ਵਾਲੇ ਚੈਪਟਰ 'ਚ ਕਰਾਂਗੇ। ਤੀਸਰੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਐਫਡੀ। ਐਫਡੀ ਮਤਲਬ ਫਿਕਸਡ ਡਿਪੋਜ਼ਿਟ। ਫਿਕਸਡ ਡਿਪੋਜ਼ਿਟ ਮਤਲਬ ਸਾਵਧੀ ਜਮ੍ਹਾਂ। ਮੰਨ ਲਓ ਕਿਸੇ ਬੰਦੇ ਨੇ 5 ਸਾਲ ਦੀ ਐਫਡੀ ਕਰਾਤੀ, ਇਹਦਾ ਮਤਲਬ ਇਹ ਹੋਏਗਾ ਕਿ 5 ਸਾਲ ਵਾਸਤੇ ਪੈਸੇ ਬੈਂਕ ਕੋਲ ਗਏ, 5 ਸਾਲ ਤੋਂ ਪਹਿਲਾਂ ਵਾਪਸ ਨਹੀਂ ਮਿਲਣੇ। ਠੀਕ ਹੈ, ਉਹਨੂੰ ਆਪਾਂ ਕਹਿੰਦੇ ਆ ਫਿਕਸਡ ਡਿਪੋਜ਼ਿਟ। ਮਤਲਬ ਤੁਸੀਂ ਇਹ ਨਹੀਂਗਾ ਵੀ ਚੈੱਕ ਕੱਟੋਗੇ ਤਾਂ ਪੈਸੇ ਮਿਲ ਜਾਣਗੇ। ਬੈਂਕ ਕਹਿੰਦਾ 5 ਸਾਲ ਦੀ ਐਫਡੀ ਕਰਾ ਕੇ ਗਿਆ ਨਾ, 5 ਸਾਲ ਵਾਸਤੇ ਪੈਸੇ ਸਾਨੂੰ ਦੇ ਕੇ ਗਿਆ ਨਾ, ਹੁਣ 5 ਸਾਲ ਦੇ ਪੈਸੇ ਭੁੱਲ ਜਾਓ, 5 ਸਾਲ ਬਾਅਦ ਗੱਲ ਕਰਾਂਗੇ, 5 ਸਾਲ ਬਾਅਦ ਮਿਲਣਗੇ। ਇੱਕ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਆਰਡੀ, ਯਾਨੀ ਕਿ ਰਿਕਰਿੰਗ ਡਿਪੋਜ਼ਿਟ ਅਕਾਊਂਟ, ਆਵਰਤੀ ਜਮ੍ਹਾਂ ਖਾਤਾ। ਆਵਰਤੀ ਜਮ੍ਹਾਂ ਖਾਤਾ ਜਿਹੜਾ ਹੈ ਉਹ ਡਾਕਖਾਨੇ 'ਚ ਵੀ ਹੁੰਦਾ ਹੈ, ਨੰਬਰ 2 ਉਹ ਬੈਂਕਾਂ 'ਚ ਵੀ ਹੁੰਦਾ ਹੈ। ਉਹਦੇ 'ਚ ਵੀ ਹੁੰਦਾ ਹੈ ਇੱਕ ਫਿਕਸ ਟਾਈਮ ਤੋਂ ਬਾਅਦ ਇੱਕ ਫਿਕਸ ਰਕਮ ਜਮ੍ਹਾਂ ਹੁੰਦੀ ਹੈ। ਫਿਲਹਾਲ ਇਹਦੇ 'ਚ ਵੀ ਚੇਂਜ ਆ ਗਿਆ ਹੈ। ਠੀਕ ਹੈ, ਮਤਲਬ ਅਗਰ ਮੰਨ ਲਓ ਮੈਂ ਕਹਾਂ ਕਿ ਮੈਂ ਸਾਲ ਦੀ ਆਰਡੀ ਖੁਲਵਾ ਲਈ 8000 ਰੁਪਏ ਮਹੀਨੇ ਦੇ ਹਿਸਾਬ ਨਾਲ, ਤਾਂ ਮੇਰੇ ਖਾਤੇ 'ਚ ਹਰੇਕ ਮਹੀਨੇ 8-8000 ਰੁਪਏ ਜਮ੍ਹਾਂ ਹੋਏਗਾ। ਠੀਕ ਹੈ, ਜ਼ਿਆਦਾ ਨਹੀਂ ਕਰਾ ਸਕਦਾ, ਪਰ ਮੈਂ ਕਿਹਾ ਹੁਣ ਥੋੜੇ ਚੇਂਜ ਹੋ ਗਏ ਨੇ, ਆਪਾਂ ਡਿਟੇਲ 'ਚ ਇਹਨੂੰ ਗੱਲ ਕਰਾਂਗੇ। 8000 ਜਮ੍ਹਾਂ ਕਰਾਤੇ, ਸਾਲ ਦੀ ਆਰਡੀ ਹੈ ਤਾਂ ਸਾਲ ਬਾਅਦ ਮੈਨੂੰ 96000 ਰੁਪਏ ਮੇਰਾ ਜਮ੍ਹਾਂ ਹੋ ਜਾਏਗਾ, ਨਾਲ ਵਿਆਜ ਦੇ ਮੈਨੂੰ ਪੈਸੇ ਮਿਲ ਜਾਣਗੇ। ਠੀਕ ਹੈ, ਇੱਕ ਹੁੰਦਾ ਹੋਮ ਸੇਫ ਅਕਾਊਂਟ। ਹੋਮ ਸੇਫ ਅਕਾਊਂਟ ਹੁੰਦਾ ਹੈ, ਇਹ ਆਮ ਤੌਰ ਤੇ ਜਿਹੜੇ ਘਰ ਦੀਆਂ ਜਿਹੜੇ ਲੇਡੀਜ਼ ਨੇ ਘਰੇਲੂ ਕੰਮ ਕਰਦੀਆਂ ਜਾਂ ਛੋਟੇ ਬੱਚੇ ਜਿਹੜੇ ਤੁਸੀਂ ਉਹਨਾਂ ਵਾਸਤੇ ਇਹ ਖਾਤਾ ਖੁਲਵਾਇਆ ਜਾਂਦਾ ਹੈ। ਉਹਦੇ 'ਚ ਕੀ ਹੁੰਦਾ ਹੈ, ਬੈਂਕ ਤੁਹਾਡੇ ਘਰੇ ਨਾ ਇੱਕ ਗੁੱਲਕ ਰੱਖ ਜਾਂਦਾ ਹੈ, ਉਹਦਾ ਤਾਲਾ ਮਾਰ ਦਿੰਦਾ ਹੈ, ਉਹਦੀਆਂ 2 ਚਾਬੀਆਂ ਹੁੰਦੀਆਂ, ਇੱਕ ਤੁਹਾਡੇ ਕੋਲ ਹੋਊਗੀ, ਇੱਕ ਬੈਂਕ ਕੋਲ ਹੋਏਗੀ। ਤਾਲਾ ਦੋਨੋਂ ਚਾਬੀਆਂ ਨਾਲ ਖੁੱਲੇਗਾ। ਤੁਸੀਂ ਕੀ ਕਰੋ, ਰੋਜ਼-ਰੋਜ਼ 10 ਰੁਪਏ 5 ਰੁਪਏ 20 ਰੁਪਏ ਪਾਈ ਜਾਓ। ਫਿਕਸ ਟਾਈਮ ਤੋਂ ਬਾਅਦ ਬੈਂਕ ਵਾਲੇ ਤੁਹਾਡੇ ਘਰੇ ਆਣਗੇ, ਤੁਹਾਡੇ ਸਾਹਮਣੇ ਤਾਲਾ ਖੋਲਣਗੇ, ਪੈਸੇ ਕੱਢਣਗੇ, ਗਿਣਤੀ ਕਰਕੇ ਰਸੀਦ ਤੁਹਾਨੂੰ ਦੇ ਜਾਣਗੇ, ਤੁਹਾਡੇ ਖਾਤੇ ਪੈਸੇ ਜਮ੍ਹਾਂ ਹੋ ਜਾਣਗੇ। ਠੀਕ ਹੈ, ਤਾਂ ਹੁਣ ਇਹ ਕਹਿੰਦੇ ਨੇ ਵੀ ਇਹ ਰੂਲ ਜਿਹੜਾ ਹੈ ਹੁਣ ਇਹਦਾ ਟਾਈਮ ਡਿਪੋਜ਼ਿਟ ਹੈ, ਯਾਨੀ ਐਫਡੀ ਹੈ ਇੱਕ ਤਰ੍ਹਾਂ ਦੀ, ਯਾਨੀ 5 ਸਾਲ ਵਾਸਤੇ ਕਰਾਈ ਤਾਂ 5 ਸਾਲ ਦੇ ਬਾਅਦ ਪੈਸੇ ਮਿਲਦੇ ਨੇ, ਪਹਿਲਾਂ ਮਿਲਣੇ ਹੀ ਨਹੀਂ। ਪਰ ਜਦੋਂ M3 ਆਇਆ ਉਦੋਂ ਇਹ ਰੂਲ ਚੇਂਜ ਹੋ ਚੁੱਕਿਆ ਸੀ। ਅੱਜ ਦੇ ਟਾਈਮ ਦੇ ਵਿੱਚ ਕੀ ਹੈ, ਅੱਜ ਦੇ ਟਾਈਮ ਦੇ ਵਿੱਚ ਹੁਣ ਮੈਂ 3 ਐਗਜ਼ਾਮਪਲ ਦਿਆਂਗਾ। ਪਹਿਲਾ ਕੀ ਸੀ, ਪਰ ਬਹੁਤ ਪੁਰਾਣੀ ਗੱਲ ਕਰਾਂ ਤਾਂ 5 ਸਾਲ ਵਾਸਤੇ ਅਗਰ ਤੁਸੀਂ ਐਫਡੀ ਕਰਾਈ ਤਾਂ 5 ਸਾਲ ਵਾਸਤੇ ਪੈਸੇ ਤੁਸੀਂ ਭੁੱਲ ਜਾਓ, ਮਿਲਣੇ ਹੀ ਨਹੀਂ। ਫਿਰ ਕੀ ਹੋਇਆ, ਥੋੜੇ ਰੂਲ ਚੇਂਜ ਹੋਏ। ਉਹ ਕਹਿੰਦੇ ਵੀ ਨਹੀਂ ਹੁਣ ਠੀਕ ਹੈ 5 ਸਾਲ ਵਾਸਤੇ ਤੁਸੀਂ ਦੇ ਕੇ ਗਏ ਹੋ, ਮੰਨ ਲਓ ਤੁਸੀਂ ਤੀਜੇ ਸਾਲ ਪਹੁੰਚ ਗਏ, ਬੈਂਕ ਕਹਿੰਦਾ ਹੈ ਭਾਈ ਸਾਹਿਬ ਤੁਸੀਂ 5 ਸਾਲ ਵਾਸਤੇ ਸਾਨੂੰ ਪੈਸੇ ਦੇ ਗਏ ਸੀ, ਅਸੀਂ ਤੁਹਾਡੇ ਪੈਸੇ ਅੱਗੇ ਕਿਸੇ ਨੂੰ ਉਧਾਰ ਫੜਾਤੇ, ਇਹ ਸੋਚ ਕੇ ਕਿ ਤੁਸੀਂ ਤਾਂ 5 ਸਾਲ ਆਣਾ ਹੋਣੀ, ਅਸੀਂ ਅੱਗੇ ਫੜਾਤੇ, ਤੁਸੀਂ ਤੀਜੇ ਸਾਲ ਆ ਗਏ, ਹੁਣ ਅਸੀਂ ਪੈਸੇ ਕਿੱਥੋਂ ਲੈ ਕੇ ਆਈਏ। ਹੁਣ ਤੁਹਾਨੂੰ ਪੈਸਾ ਦੇਣ ਵਾਸਤੇ ਸਾਨੂੰ ਕਿਸੇ ਹੋਰ ਕੋਲੋਂ ਪੈਸਾ ਲੈਣਾ ਪਏਗਾ, ਉਹਨੂੰ ਹੁਣ ਵਿਆਜ ਦੇਣੀ ਪੈਣੀ, ਤਾਂ ਤੁਹਾਡੇ ਤੇ ਲੱਗੇਗਾ ਜੁਰਮਾਨਾ, ਤਾਂ ਥੋੜਾ ਬਹੁਤਾ ਫਾਈਨ ਲਾ ਕੇ ਪੈਸੇ ਨਿਕਲ ਜਾਂਦੇ ਸੀ। ਪਰ ਅੱਜ ਕੱਲ੍ਹ ਰੂਲ ਹੋਰ ਚੇਂਜ ਹੋ ਗਏ ਨੇ। ਹੁਣ ਅਗਰ ਟਾਈਮ ਡਿਪੋਜ਼ਿਟ ਹੈ, ਤੁਸੀਂ ਬੈਂਕ 'ਚ ਐਫਡੀ ਕਰਾਈ ਸਪੋਜ਼ ਕਰੋ 5 ਸਾਲ ਦੀ, ਬੈਂਕ ਕਹਿੰਦਾ ਹੈ 5 ਸਾਲ ਬਾਅਦ 10% ਵਿਆਜ ਨਾਲ ਤੁਹਾਨੂੰ ਪੈਸੇ ਵਾਪਸ ਦੇਣਗੇ। ਤੁਸੀਂ ਤੀਜੇ ਸਾਲ ਪਹੁੰਚ ਗਏ, ਬੈਂਕ ਕਹਿੰਦਾ ਦੇਖੋ ਜੀ ਐਫਡੀ ਕਰਾਈ ਸੀ 5 ਸਾਲਾਂ ਦੀ, ਵੀ ਗੱਲ ਹੋਈ ਸੀ 5 ਸਾਲ ਪੈਸੇ ਜਮ੍ਹਾਂ ਕਰਾਓਗੇ ਤਾਂ 10% ਵਿਆਜ ਦੇਵਾਂਗੇ, ਤੁਸੀਂ ਤੀਜੇ ਸਾਲ ਆ ਗਏ। ਤੀਜੇ ਸਾਲ ਦੀ 3 ਸਾਲ ਵਾਸਤੇ ਅਗਰ ਤੁਸੀਂ ਪੈਸੇ ਜਮ੍ਹਾਂ ਕਰਾਏ ਹੁੰਦੇ ਤਾਂ ਉਹਦੀ ਵਿਆਜ ਹੈਗੀ 7%, ਹੁਣ 10 ਨਹੀਂ ਮਿਲੇਗੀ। ਆਪਾਂ ਕਹਾਂਗੇ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੈ, ਜੇ ਅਗਰ ਮੈਂ 3 ਸਾਲ ਵਾਸਤੇ ਪੈਸੇ ਜਮ੍ਹਾਂ ਕਰਾਏ ਹੁੰਦੇ ਤਾਂ 7% ਦੀ ਵਿਆਜ ਮਿਲਦੀ ਨਾ, ਬੈਂਕ ਨੇ ਕੋਈ ਨਹੀਂ 7 ਲੈ ਲਓ। ਯਾਨੀ ਹੁਣ ਇਸ ਟਾਈਮ ਤੇ ਜਿਹੜੇ ਇਹ ਟਾਈਮ ਡਿਪੋਜ਼ਿਟ ਨੇ, ਜਿਹੜੀਆਂ ਐਫਡੀਜ਼ ਨੇ, ਉਹ ਵੀ ਇੱਕ ਤਰ੍ਹਾਂ ਦੇ ਮੰਗ ਜਮ੍ਹਾਂ ਨੇ, ਜਦੋਂ ਮਰਜ਼ੀ ਜਾਓ ਐਫਡੀ ਤੁੜਵਾਓ ਤੇ ਪੈਸੇ ਲੈ ਆਓ। ਉਹ ਕਹਿੰਦੇ ਫਿਰ ਇਹ ਤਾਂ ਮੰਗ ਜਮ੍ਹਾਂ ਹੋ ਗਏ, ਇਹਨੂੰ ਦੇ ਵਿੱਚ ਲਓ, ਇਹਨਾਂ ਨੇ ਇਹਨੂੰ ਸ਼ਾਮਿਲ ਕਰ ਲਿਆ। ਫਿਰ ਆਏ M4 ਵਾਲੇ। M4 ਵਾਲੇ ਕਹਿੰਦੇ ਕਿ M3 ਦੀ ਗੱਲ ਬਿਲਕੁਲ ਸਹੀ ਹੈ, ਵੀ ਇੱਕ ਤਾਂ M ਵਾਲੇ ਲੈ ਲਓ, ਨਾਲ ਜਿਹੜੇ ਬੈਂਕਾਂ ਦੇ ਕੋਲ ਟਾਈਮ ਡਿਪੋਜ਼ਿਟ ਪਏ ਨੇ, ਜਿਹੜੇ ਹੁਣ ਡਿਮਾਂਡ ਡਿਪੋਜ਼ਿਟ ਨੇ, ਬਿਲਕੁਲ ਸਹੀ M3 ਨੂੰ ਐਜ਼ ਇਜ਼ ਲਾਵਾਂਗੇ, ਬਿਲਕੁਲ ਸਹੀ। ਉਹ ਕਹਿੰਦੇ ਪਰ ਆ ਵੀ ਤਾਂ ਹੈਗੇ ਨੇ, ਤੁਸੀਂ ਇਹਨੂੰ ਛੱਡ ਨਹੀਂ ਸਕਦੇ ਪੋਸਟ ਆਫਿਸ ਨੂੰ, ਭਾਵੇਂ ਉਹਨਾਂ ਕੋਲ ਘੱਟ ਪੈਸੇ ਜਮ੍ਹਾਂ ਨੇ, ਹੈਗੇ ਤਾਂ ਨਹੀਂ, ਤਾਂ ਉਹ ਕਹਿੰਦਾ ਵੀ ਸਿਰਫ ਨਾ ਸੇਵਿੰਗ ਡਿਪੋਜ਼ਿਟ ਨਹੀਂ ਲੈਣੇ, यानी डाक खाना को पे सिर्फ बचत खाते वाले पैसे नहीं लेने, बल्कि की लेने ने टोटल डिपॉजिट्स लेने ने, टोटल डिपॉजिट्स विद पोस्ट ऑफिस। मतलब जेडे डाक खाना को जेडे टोटल
ਟੋਟਲ ਜਮਾ ਪਏ ਨੇ, ਕੁੱਲ ਜਮਾ ਪਏ ਨੇ ਉਹ ਲੈਣੇ ਆ। ਪਰ ਇਹਦੇ ਵਿੱਚ ਕੀ ਕਰਨਾ ਹੈ, ਟੋਟਲ ਡਿਪੋਜ਼ਿਟ ਤਾਂ ਲੈਣੇ ਨੇ, ਸਾਰੇ ਦੇ ਸਾਰੇ ਖਾਤਿਆਂ 'ਚ ਪੈਸੇ ਲੈ ਲਓ। मतलब डाक खाते ਵਿੱਚ ਬੰਦਾ ਜਿੰਨੇ ਵੀ ਤਰ੍ਹਾਂ ਦੇ ਖਾਤੇ ਖੁਲਵਾ ਸਕਦਾ ਹੈ, ਉਹਨਾਂ ਖਾਤਿਆਂ ਵਿੱਚ ਜਿੰਨੇ ਵੀ ਪੈਸੇ ਪਏ ਨੇ ਸਾਰੇ ਲੈ ਲਓ, ਸਿਵਾਏ ਕਿੰਦੇ NSC ਦੇ। NSC ਹੁੰਦਾ ਹੈ ਨੈਸ਼ਨਲ ਸੇਵਿੰਗ ਸਰਟੀਫਿਕੇਟ। ਮੈਂ ਆਦੇ ਇੱਕ ਲੈਕਚਰ ਜਨ मतलब ਸਮਝਾਇਆ ਸੀ ਰਾਸ਼ਟਰੀ ਬਚਤ ਪ੍ਰਮਾਣ ਪੱਤਰ, ਜਿਹੜਾ ਮੈਂ ਤੁਹਾਨੂੰ 5 ਸਾਲ ਦਾ ਸਿਸਟਮ ਸਮਝਾਇਆ ਸੀ ਕਿ 5 ਸਾਲ ਦੇ NSC ਲੈ ਲਓ, ਉਸ ਤੋਂ ਬਾਅਦ ਸਰਕਲ ਆਪਣੇ ਆਪ ਚੱਲਦਾ ਰਹੇਗਾ। ਉਹ ਕਹਿੰਦੇ ਜਿਹੜੇ NSC ਵਾਲੇ ਪੈਸੇ ਨੇ ਨਾ ਬਸ ਉਹ ਛੱਡ ਦੋ, ਬਾਕੀ ਜਿੰਨੇ ਵੀ ਤਰ੍ਹਾਂ ਦੇ ਡਿਪੋਜ਼ਿਟ ਜਮਾ ਪੈਸੇ ਪਏ ਨੇ ਇਹਦੇ ਕੋਲ ਡਾਕ ਖਾਨਿਆਂ ਕੋਲ ਸਾਰਿਆਂ ਦੇ ਸਾਰਿਆਂ ਨੂੰ ਲੈ ਲਓ। ਕੀ ਹੋਏਗਾ, ਤੁਹਾਡੀ ਮੁਦਰਾ ਦੀ ਪੂਰਤੀ ਜਿਹੜੀ ਹੈ ਉਹ ਕੈਲਕੂਲੇਟ ਹੋ ਜਾਏਗੀ। यानी ਅੱਜ तक इंडिया ਦੇ ਵਿੱਚ ਮੁਦਰਾ ਦੀ ਪੂਰਤੀ ਮਾਪਣ ਦੇ 4 ਵਿਚਾਰ ਜਿਹੜੇ ਨੇ ਦਿੱਤੇ ਗਏ ਨੇ, M1 M2 M3 M4 ਜੋ ਡਿਟੇਲ ਹੈ ਤੁਹਾਡੇ ਸਾਹਮਣੇ ਹੈ। ਹੁਣ ਇਹਦੇ ਵਿੱਚੋਂ ਜਿਹੜਾ M1 ਤੇ M2 ਹੈ, M1 ਤੇ M2 ਜਿਹੜਾ ਇਹਨੂੰ ਆਪਾਂ ਕਹਿੰਦੇ ਆ ਸੰਕੁਚਿਤ ਮੁਦਰਾ। संकुचित मुद्रा मतलब छोटी मुद्रा, यानी एक घट चीज़ों को शामिल करते हैं। जेडे M3 ते M4 ने ਇਹਨੂੰ ਆਪਾਂ ਕਹਿੰਦੇ ਆ ਵਿਸਤ੍ਰਿਤ ਮੁਦਰਾ, ਯਾਨੀ ਇਹ ਕਿਨੇ ਮੁਦਰਾ ਦੀ ਪੂਰਤੀ ਦੀਆਂ ਵੱਡੀਆਂ ਧਾਰਨਾਵਾਂ ਨੇ ਜਿਹੜੀਆਂ ਜ਼ਿਆਦਾ ਚੀਜ਼ਾਂ ਨੂੰ ਸ਼ਾਮਿਲ ਕਰਦੀਆਂ ਨੇ। ਤਾਂ ਅਗਰ ਆ ਜਾਏ ਨੈਰੋ ਮਨੀ ਯਾਨੀ ਕਿ ਸੰਕੁਚਿਤ ਮੁਦਰਾ ਜਾਂ ਛੋਟੀ ਮੁਦਰਾ, ਉਹ ਕੀ ਹੈ M1 ਤੇ M2। ਵਿਸਤ੍ਰਿਤ ਮੁਦਰਾ ਕਿਹੜੀ ਹੈ M3 ਤੇ M4 ਜਿਹੜੇ ਨੇ ਇਹ ਤੁਹਾਡਾ ਮੁਦਰਾ ਦੀ ਪੂਰਤੀ ਨੂੰ ਕਾਊਂਟ ਕਰਨ ਦਾ ਤਰੀਕਾ ਹੈ। ठीक हो गया। लास्ट 1 मिनट लागे, वो कहते हैं मुद्रा दी पूर्ति आदर्श कदों होगी, एक सही मुद्रा दी पूर्ति किन्नू कहोगे। देखो अगर ता पैसा बाजार दे विच आ गया ज्यादा, मतलब लोगों को पैसा ज्यादा आ गया तो लोग की मांग करनगे उस पैसे दी, चीज़ां बाजार च है नहीं, की होएगा रेट बढ़णगे, यानी ਤੁਹਾਡੀ अर्थव्यवस्था दे अंदर महंगाई आएगी। मैं वो ज्यादा मुद्रा दी पूर्ति नू आदर्श नहीं कह सकता। अगर पैसा घट आ गया, हम चीज़ां बाजार च बहुत पईयां ने, लोगों को पैसा है नहीं, लोग की चीज खरीदणगे कित्थों, यानी चीज़ां विकणगियां नहीं, मंदी आ जाएगी। मैं उन्होंने भी आदर्श मुद्रा की पूर्ति नहीं कह सकता। एक आदर्श मुद्रा की पूर्ति की होएगी भी जिन्नियां बाजार दे विच चीज़ां पईयां ने उन्नी ही मुद्रा पूर्ति होवे, मतलब जिन्नियां चीज़ां पईयां ने उन्ना ही पैसा आवे, ताकि जिन्नियां चीज़ां पईयां उन्नियां खरीदियां जान, ना तां कीमतां बदल ते ना कीमतां घटन। क्योंकि जे कीमतां वधियां तां चीज़ां खरीदण वाले नूं नुकसान है, क्योंकि आपां चीज़ां खरीदण वाले हां। अगर कीमतां बदल गईयां तां आपां नूं नुकसान होएगा। जे कीमतां घटदियां ने तां चीज़ां बनाउण वाले नूं नुकसान है, आपां उनका नुकसान भी नहीं करना। आदर्श मुद्रा पूर्ति की हुंदी है, एक ऐसी मुद्रा पूर्ति जेड़ी अर्थव्यवस्था दे विच कीमतां दी स्थिरता नूं बना के रखदी है, ना कीमतां नूं बदल दिंदी ना कीमतां नूं घटन दिंदी। शॉर्ट नोट दे विच क्वेश्चन जेड़ा है वो आ जांदा है। तो उम्मीद है तुहानू लेक्चर समझ आया होएगा, अच्छा लगा होएगा। कोई डाउट होवे तो जरूर क्लियर करिया जे। तो मिलदे हां अपने अगले लेक्चर दे विच। थैंक यू वेरी मच।